ਸਤਿ ਸ਼੍ਰੀ ਅਕਾਲ ਦੋਸਤੋ, YouTube ਦੇ ਚੈਨਲ ਸੈਣੀ ਕੈਫੇ ਬੜਾ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਪੰਜਾਬ ਪੁਲਿਸ ਦੀਆਂ ਜੋ ਨਵੀਂ ਵੈਕੈਂਸੀ ਆਊਟ ਹੋਈਆਂ ਨੇ ਉਸ ਦੇ ਬਾਰੇ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗਾ। ਪੰਜਾਬ ਪੁਲਿਸ ਵੱਲੋਂ ਕਾਂਸਟੇਬਲ ਦੀ ਜੋ ਪੋਸਟਾਂ ਨੇ ਜਿਸ ਦਾ ਅਸੀਂ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਉਹ ਨਿਕਲ ਗਈਆਂ ਹਨ, ਸਟਾਰਟ ਹੋ ਚੁੱਕੀਆਂ ਹਨ, ਜਿਸ ਦੇ ਵਿੱਚ डिस्ट्रिक्ट पुलिस कैडर दियाँ टोटल 2500 वैकेंसी, आर्मड पुलिस फोर्स दियाँ 2343 पोस्टां हैं ते ये पोस्टां ऑनलाइन भरनियां 16 तारीख तो शुरू हो गई हैं ते इस दी आखिरी मिति 15/8/2021 है ਤੇ ਰਾਤ ਤੁਸੀਂ 11:55 ਤੱਕ ਇਹਨਾਂ ਨੂੰ ਔਨਲਾਈਨ ਭਰ ਸਕਦੇ ਹੋ। ਜੇ ਤੁਹਾਨੂੰ ਇਸ ਦੇ ਵਿੱਚ ਕੋਈ ਕੁਐਰੀ ਆਉਂਦੀ ਹੈ ਜਾਂ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਆਫੀਸ਼ੀਅਲੀ ਟਾਈਮ 9 ਵਜੇ ਤੋਂ 6 ਵਜੇ ਦੇ ਵਿਚਕਾਰ ਸੋਮਵਾਰ ਤੋਂ ਸ਼ਨੀਵਾਰ ਤੱਕ ਕਿਸੇ ਵੀ ਦਿਨ ਪੁੱਛ ਸਕਦੇ ਹੋ। ਤੇ ਇਸ ਦੇ ਬਾਰੇ ਵਿੱਚ ਜਾਣਕਾਰੀ ਲੈਂਦੇ ਹਾਂ ਕਿ ਸਭ ਤੋਂ ਪਹਿਲਾਂ ਜੋ ਇੱਕ ਕਾਂਸਟੇਬਲ ਦੀਆਂ ਪੋਸਟਾਂ ਹਨ ਇਸ ਵਿੱਚ ਸਪੋਰਟਸ ਕੋਟਾ ਨਹੀਂ ਦਿੱਤਾ ਗਿਆ ਹੈ। ਇਹ ਸਪੋਰਟਸ ਕੋਟੇ ਤੋਂ ਬਿਨਾਂ ਇਹ ਪੋਸਟਾਂ ਦਿੱਤੀਆਂ ਗਈਆਂ ਹਨ। ਇਹਨਾਂ ਦੇ ਵਿੱਚ ਸਭ ਤੋਂ ਪਹਿਲੇ ਇੱਕ ਕਾਮਨ ਐਪਲੀਕੇਸ਼ਨ ਫਾਰਮ ਫਿਲ ਕੀਤਾ ਜਾਣਾ ਹੈ, ਉਸ ਤੋਂ ਬਾਅਦ ਇੱਕ ਰਿਟਨ ਟੈਸਟ ਹੋਣਾ ਹੈ ਜੋ ਕਿ OMR ਸ਼ੀਟ 'ਤੇ ਹੋਏਗਾ। OMR ਸ਼ੀਟ 'ਤੇ ਤੁਸੀਂ ਨੋਰਮਲੀ ਟੈਸਟ ਦੇ ਦਿੱਤੇ ਹੋਣਗੇ ਕਾਫੀ ਸਾਰੇ। ਅਗਰ ਤੁਹਾਨੂੰ ਇਸ ਦੇ ਬਾਰੇ ਵਿੱਚ ਟੈਸਟ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ, ਤੁਸੀਂ ਪਹਿਲੀ ਵਾਰੀ ਕੋਈ ਟੈਸਟ ਦੇਣਾ OMR ਸ਼ੀਟ 'ਤੇ ਉਸ ਦੇ ਬਾਰੇ ਵਿੱਚ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਾਂਗਾ। ਅੱਗੇ ਚੱਲਦੇ ਹਾਂ ਕਿ ਇਸ ਵਿੱਚ ਸਭ ਤੋਂ ਪਹਿਲਾਂ ਔਨਲਾਈਨ ਫਾਰਮ ਫਿਲ ਹੋਣਾ, ਉਸ ਤੋਂ ਬਾਅਦ OMR ਬੇਸਡ ਇੱਕ ਰਿਟਨ ਟੈਸਟ ਲਿਆ ਜਾਣਾ ਹੈ, ਉਸ ਤੋਂ ਬਾਅਦ PMT ਟੈਸਟ ਫਿਜ਼ੀਕਲ ਮੇਜਰਮੈਂਟ ਟੈਸਟ ਹੋਏਗਾ ਅਤੇ ਉਸ ਤੋਂ ਬਾਅਦ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ। ਇਹ ਕੁਝ ਪੈਰਾਮੀਟਰ ਨੇ ਜਿਨ੍ਹਾਂ ਨੂੰ ਫੋਲੋ ਕਰਨਾ ਹੋਏਗਾ ਅਤੇ ਇਹ ਪੋਸਟਾਂ ਕਿਤੇ ਵੀ ਪੰਜਾਬ ਵਿੱਚ, ਇੰਡੀਆ 'ਚ ਜਾਂ ਅਬਰੋਡ ਕਿਤੇ ਵੀ ਇਹਨਾਂ ਦੀ ਪੋਸਟਿੰਗ ਹੋ ਸਕਦੀ ਹੈ, ਲੇਕਿਨ ਇਸ ਵਿੱਚ ਕੁਝ ਪ੍ਰੈਫਰੈਂਸਿਸ ਦਿੱਤੀਆਂ ਗਈਆਂ ਹਨ। ਮੋਸਟਲੀ ਉਹਨਾਂ ਦੇ ਵਿੱਚ ਹੀ ਪੋਸਟਿੰਗ ਹੋਏਗੀ। ਅਤੇ ਸਭ ਤੋਂ ਪਹਿਲਾਂ ਪੋਸਟਾਂ ਦੇ ਬਾਰੇ ਵਿੱਚ ਗੱਲ ਕਰਦੇ ਹਾਂ। ਜੋ ਟੋਟਲ ਕਾਂਸਟੇਬਲ ਦੀਆਂ ਡਿਸਟ੍ਰਿਕਟ ਕੈਡਰ ਦੀਆਂ 2015 ਪੋਸਟਾਂ ਹਨ, ਉਸ ਦੇ ਵਿੱਚ ਜਨਰਲ ਕੈਟਾਗਰੀ ਦੀਆਂ 610 ਪੋਸਟਾਂ ਹਨ ਟੋਟਲ, ਅਤੇ ਇਸ ਵਿੱਚ 242 ਪੋਸਟਾਂ ਉਹ ਗਰਲਜ਼ ਦੀਆਂ ਨੇ। ਅਤੇ ਇਸ ਤੋਂ ਬਿਨਾਂ ਜੋ ਆਰਮਡ ਕੈਡਰ ਦੇ ਵਿੱਚ 708 ਪੋਸਟਾਂ ਜਨਰਲ ਕੈਟਾਗਰੀ ਮੇਲ ਪਰਸਨ ਅਤੇ 283 ਫੀਮੇਲ ਪਰਸਨ ਦੀਆਂ ਦਿੱਤੀਆਂ ਗਈਆਂ ਨੇ। ਇਸੇ ਤਰ੍ਹਾਂ SC ਕਾਸਟ ਦੇ ਵਿੱਚ ਵਾਲਮੀਕੀ ਮਜ਼੍ਹਬੀ ਸਿੱਖ ਜੋ ਪੰਜਾਬ ਦੇ ਨੇ ਉਹਨਾਂ ਦੀਆਂ 125 ਮੇਲ ਦੇ ਲਈ ਅਤੇ 83 ਪੋਸਟਾਂ ਫੀਮੇਲ ਦੇ ਹਨ। ਇਸੇ ਤਰ੍ਹਾਂ ਆਰਮਡ ਕੈਡਰ ਦੇ ਲਈ 145 ਮੇਲ ਅਤੇ 97 ਫੀਮੇਲ ਕੈਂਡੀਡੇਟ ਨੇ। ਅਤੇ ਇਸ ਤੋਂ ਬਿਨਾਂ SC ਰਾਮਦਾਸੀਆ ਅਤੇ ਅਦਰ ਜੋ ਹੈ SC ਕਾਸਟ ਵਿੱਚ ਆਉਂਦੇ ਹਨ ਉਸ ਦੇ ਵਿੱਚ ਮੇਲ 124 ਨੇ ਅਤੇ 83 ਫੀਮੇਲ ਕੈਂਡੀਡੇਟ ਨੇ। ਇਸ ਤੋਂ ਬਿਨਾਂ ਆਰਮਡ ਕੈਡਰ ਵਿੱਚ 145 ਮੇਲ ਅਤੇ 96 ਫੀਮੇਲ ਨੇ। BC ਦੇ ਵਿੱਚ 124 ਮੇਲ ਅਤੇ 83 ਫੀਮੇਲ ਨੇ। ਇਸੇ ਤਰ੍ਹਾਂ ਆਰਮਡ ਕੈਡਰ ਵਿੱਚ 145 ਮੇਲ ਅਤੇ 96 ਫੀਮੇਲ ਨੇ। ਐਕਸ ਸਰਵਿਸਮੈਨ ਵਿੱਚ 63 ਅਤੇ ਫੀਮੇਲ ਕੈਂਡੀਡੇਟ 83 ਅਤੇ ਡਿਸਟ੍ਰਿਕਟ ਆਰਮ ਕੈਡਰ ਵਿੱਚ 72 ਮੇਲ ਕੈਂਡੀਡੇਟ ਅਤੇ 97 ਫੀਮੇਲ ਕੈਂਡੀਡੇਟ ਨੇ। ਐਕਸ ਸਰਵਿਸਮੈਨ ਵਿੱਚ 42 ਕੈਂਡੀਡੇਟ ਨੇ ਅਤੇ ਇਸ ਵਿੱਚ
ਆਰਮ ਕੈਡਰ ਵਿੱਚ 49 ਮੇਲ ਕੈਂਡੀਡੇਟ ਨੇ, ਇਸ ਵਿੱਚ ਫੀਮੇਲ ਕੈਂਡੀਡੇਟ ਕੋਈ ਵੀ ਨਹੀਂ ਹੋਏਗਾ। ਇਸੇ ਤਰ੍ਹਾਂ ਅਗਲੀ ਤੁਹਾਡੀ ਇਹ ਟੋਟਲ ਵੰਡ ਦਿੱਤੀ ਗਈ ਹੈ, ਜੋ ਕਿ ਐਕਸ ਸਰਵਿਸਮੈਨ VC ਹੈ, ਵਾਰਡ ਆਫ ਪੁਲਿਸ ਪਰਸਨਲ ਹੈ, EWS ਸੈਕਸ਼ਨ ਹੈ ਜੋ ਕਿ ਇਕੋਨਮਿਕ ਵੀਕਰ ਸੈਕਸ਼ਨ ਹੈ। ਇਸ ਵਿੱਚ 145 ਮੇਲ ਕੈਂਡੀਡੇਟ 63 ਫੀਮੇਲ ਕੈਂਡੀਡੇਟ ਹਨ, ਅਤੇ ਆਰਮਡ ਕੈਡਰ ਵਿੱਚ 169 ਮੇਲ ਅਤੇ 72 ਫੀਮੇਲ ਕੈਂਡੀਡੇਟ ਨੇ। ਫਰੀडम ਫਾਈਟਰ ਵਿੱਚ 13 ਅਤੇ 7 ਫੀਮੇਲ ਨੇ। 16 ਆਰਮ ਕੈਡਰ ਅਤੇ 8 ਆਰਮ ਕੈਡਰ ਵਿੱਚ ਫੀਮੇਲ ਕੈਂਡੀਡੇਟ ਨੇ। ਟੋਟਲ 1357 ਪੋਸਟਾਂ ਮੇਲ ਕੈਂਡੀਡੇਟ ਦੀਆਂ ਅਤੇ 658 ਪੋਸਟਾਂ ਫੀਮੇਲ ਕੈਂਡੀਡੇਟ ਦੀਆਂ, ਜੋ ਡਿਸਟ੍ਰਿਕਟ ਲੈਵਲ 'ਤੇ ਭਰੀਆਂ ਜਾਣੀਆਂ ਹਨ। ਇਸ ਤੋਂ ਬਿਨਾਂ ਆਰਮ ਕੈਡਰ ਦੀਆਂ 1578 ਅਤੇ 765 ਜੋ ਪੋਸਟਾਂ ਨੇ ਉਹ ਫੀਮੇਲ ਕੈਂਡੀਡੇਟ ਦੀਆਂ ਟੋਟਲ ਫਿਲ ਕੀਤੀਆਂ ਜਾਣੀਆਂ ਹਨ, ਅਤੇ ਇਹਨਾਂ ਦੀ ਪੋਸਟਾਂ ਦੀ ਗਿਣਤੀ ਆ ਉਹ ਘੱਟ ਜਾਂ ਵੱਧ ਵੀ ਸਕਦੀ ਹੈ, ਕੋਈ ਮੈਂਡੇਟਰੀ ਨਹੀਂ ਹੈ ਇਸ ਵਿੱਚ। ਅਤੇ ਇਸ ਤੋਂ ਅੱਗੇ ਪੇ ਸਕੇਲ ਦੀ ਗੱਲ ਕਰਦੇ ਹਾਂ, ਅਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਪ੍ਰੋਬੇਸ਼ਨਲ ਪੀਰੀਅਡ ਵਿੱਚ 19,900 ਦਾ ਇੱਕ ਫਿਕਸ ਪੇ ਸਕੇਲ ਦਿੱਤਾ ਜਾਏਗਾ, ਜੋ ਕਿ 3 ਸਾਲ ਤੱਕ ਹੋਏਗਾ। ਅਤੇ ਇਸ ਤੋਂ ਬਿਨਾਂ ਐਲੀਜੀਬਿਲਟੀ ਦੀ ਗੱਲ ਕਰਦੇ ਹਾਂ, ਅਤੇ ਨੈਸ਼ਨੈਲਿਟੀ ਇੰਡੀਅਨ ਹੋਣੀ ਚਾਹੀਦੀ ਹੈ, ਅਤੇ ਏਜ ਜੋ ਕਿ ਸਪੈਸ਼ਲੀ ਦੇਖੀ ਜਾਂਦੀ ਹੈ ਕਿ ਉਹ 1 ਜਨਵਰੀ 2021 ਨੂੰ ਕੈਂਡੀਡੇਟ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ, ਅਤੇ ਮੈਕਸਿਮਮ ਏਜ 1 ਜਨਵਰੀ 2021 ਨੂੰ 28 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਏਜ ਰਿਲੈਕਸੇਸ਼ਨ ਵੀ ਦਿੱਤਾ ਹੈ, ਜਿਸ ਵਿੱਚ SC BC ਜੋ ਕਾਸਟਾਂ ਨੇ ਇਹਨਾਂ ਦੇ ਵਿੱਚ 5 ਸਾਲ ਦੀ ਏਜ ਰਿਲੈਕਸੇਸ਼ਨ ਹੋਏਗੀ, ਅਤੇ ਐਕਸ ਸਰਵਿਸਮੈਨ ਦੀ ਏਜ 3 ਸਾਲ ਤੱਕ ਏਜ ਰਿਲੈਕਸੇਸ਼ਨ ਹੋਏਗਾ। ਅਤੇ ਇਸ ਤੋਂ ਬਿਨਾਂ 5 ਸਾਲ ਤੱਕ ਛੋਟ ਹੋਏਗੀ ਜੋ ਕਿ ਪਹਿਲਾਂ ਹੀ ਗੌਰਮੈਂਟ ਐਮਪਲੋਏ ਹਨ। ਇਸ ਤੋਂ ਬਿਨਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਐਜੂਕੇਸ਼ਨ ਮਿਨੀਮਮ ਐਜੂਕੇਸ਼ਨ +2 ਹੋਏਗੀ ਜਾਂ ਇਸ ਦੇ ਬਰਾਬਰ ਦੀ ਕੋਈ +2 ਦੀ ਯੋਗਤਾ ਹੋਵੇ, ਅਤੇ ਐਕਸ ਸਰਵਿਸਮੈਨ ਦੇ ਵਿੱਚ ਜੋ ਐਜੂਕੇਸ਼ਨ ਹੈ ਉਹ ਮੈਟ੍ਰਿਕ ਹੀ ਹੋਏਗੀ। ਇਸ ਤੋਂ ਬਿਨਾਂ ਇੱਕ 10ਵੀਂ ਦੇ ਵਿੱਚ ਪੰਜਾਬੀ ਸਬਜੈਕਟ ਹੈ ਉਹ ਕੰਪਲਸਰੀ ਹੋਵੇਗਾ, ਜੋ ਸਟੂਡੈਂਟ ਨੇ ਪੜ੍ਹਿਆ ਹੋਣਾ ਚਾਹੀਦਾ, ਜਾਂ ਪੰਜਾਬੀ ਸਬਜੈਕਟ ਇਲੈਕਟਿਵ ਪੰਜਾਬੀ ਦੇ ਤੌਰ 'ਤੇ ਪੜ੍ਹਿਆ ਹੋਣਾ ਚਾਹੀਦਾ, ਮਤਲਬ ਪੰਜਾਬੀ ਦਾ ਨੌਲੇਜ ਹੋਣਾ, ਪੰਜਾਬੀ ਲੈਂਗੁਏਜ ਦਾ ਨੌਲੇਜ ਹੋਣਾ ਬਹੁਤ ਜ਼ਰੂਰੀ ਹੋਏਗਾ। ਫਿਜ਼ੀਕਲ ਸਟੈਂਡਰਡ ਦੀ ਗੱਲ ਕਰਦੇ ਹਾਂ, ਅਤੇ ਇਸ ਵਿੱਚ 5 ਫੁੱਟ 7 ਇੰਚ ਮੇਲ ਕੈਂਡੀਡੇਟ ਅਤੇ 5 ਫੁੱਟ 2 ਇੰਚ ਫੀਮੇਲ ਕੈਂਡੀਡੇਟ ਦੀ ਸਿਲੈਕਸ਼ਨ ਹੋਏਗੀ, ਅਤੇ ਸਿਲੈਕਸ਼ਨ ਹੈ ਉਸ ਦੀਆਂ 2 ਸਟੇਜ ਹੋਏਗੀ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ। ਸਭ ਤੋਂ ਪਹਿਲਾਂ ਇੱਕ ਆਫਲਾਈਨ OMR ਸ਼ੀਟ 'ਤੇ ਇੱਕ ਆਫਲਾਈਨ ਟੈਸਟ ਹੋਏਗਾ ਜੋ ਕਿ ਮਲਟੀਪਲ ਚੁਆਇਸ ਦਾ ਹੋਏਗਾ, ਅਤੇ ਸੈਕਿੰਡ ਸਟੇਜ ਉਸ ਦੀ ਡਾਕੂਮੈਂਟੇਸ਼ਨ PMT ਟੈਸਟ ਹੋ ਗਿਆ, ਅਤੇ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ। ਅਤੇ ਇਸ ਤੋਂ ਬਾਅਦ ਰਿਟਨ ਟੈਸਟ ਦੇ ਵਿੱਚ ਜਨਰਲ ਅਵੇਅਰਨੈਸ ਹੋਏਗੀ ਜੋ ਕਿ 35 ਨੰਬਰ ਦੀ ਹੋਵੇਗੀ। ਇਸ ਤੋਂ ਬਿਨਾਂ ਕੁਆਂਟੀਟੇਟਿਵ ਐਪਟੀਟਿਊਡ ਅਤੇ ਨਿਊਮੈਰੀਕਲ ਸਕਿੱਲਸ ਇਹ 20 ਨੰਬਰ ਦੇ ਹੋਣਗੇ। ਮੈਂਟਲ ਐਬਿਲਿਟੀ, ਲੌਜਿਕ, ਰੀਜ਼ਨਿੰਗ ਇਹ ਵੀ 20 ਨੰਬਰ ਦੀ ਹੋਵੇਗੀ। ਇੰਗਲਿਸ਼ ਲੈਂਗੁਏਜ 10 ਨੰਬਰ ਦੀ, ਪੰਜਾਬੀ ਲੈਂਗੁਏਜ 10 ਨੰਬਰ ਦੀ, ਡਿਜੀਟਲ ਲਿਟਰੇਸੀ ਐਂਡ ਅਵੇਅਰਨੈਸ ਇਹ 5 ਨੰਬਰ ਦੀ ਹੋਵੇਗੀ, ਜਿਸ ਵਿੱਚ ਕੰਪਿਊਟਰ ਬੇਸਡ ਨੌਲੇਜ ਹੋਏਗਾ, ਅਤੇ ਮੋਬਾਈਲ ਫੋਨ ਬਾਰੇ ਵਿੱਚ ਨੌਲੇਜ ਹੈ 5 ਨੰਬਰ ਵਿੱਚ ਹੋਵੇਗਾ। ਅਤੇ ਟੋਟਲ ਟੈਸਟ 2 ਘੰਟੇ ਦਾ ਹੋਵੇਗਾ, ਅਤੇ
ਜੋ ਕਿ 100 ਨੰਬਰ ਦਾ ਹੋਵੇਗਾ। ਇਸ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਏਗੀ, ਨਾ ਹੀ ਕੋਈ ਨੈਗੇਟਿਵ ਮਾਰਕਿੰਗ ਦਾ ਤੁਹਾਡਾ ਕਿਸੇ ਤਰ੍ਹਾਂ ਦਾ ਕੋਈ ਵੀ ਨੰਬਰ ਕੱਟਿਆ ਜਾਣਾ ਹੈ। ਅਤੇ ਇਸ ਵਿੱਚ ਘੱਟੋ ਘੱਟ ਜੋ SCBC ਐਕਸ ਸਰਵਿਸਮੈਨ ਅਤੇ EWS ਜੋ ਸੈਕਸ਼ਨ ਹੈ, EWS ਸੈਕਸ਼ਨ, ਇਸ ਵਿੱਚ ਘੱਟੋ ਘੱਟ ਫਸਟ ਐਲੀਜੀਬਲ ਕੈਂਡੀਡੇਟ ਜੋ ਹੈ ਉਹ 25% ਨੰਬਰ ਉਹਨਾਂ ਦੇ ਟੈਸਟ ਵਿੱਚੋਂ ਆਉਣੇ ਜ਼ਰੂਰੀ ਹਨ। ਇਸੇ ਤਰ੍ਹਾਂ ਜੋ ਜਨਰਲ ਕੈਟਾਗਰੀ ਉਸ ਵਿੱਚ 30% ਨੰਬਰ ਹੋਣੇ ਚਾਹੀਦੇ ਹਨ। ਮਤਲਬ 100 ਵਿੱਚ ਤੁਹਾਡੇ ਘੱਟੋ ਘੱਟ 30 ਨੰਬਰ ਜਨਰਲ ਕੈਟਾਗਰੀ ਦੇ ਲਈ ਉਹ ਆਉਣੇ ਚਾਹੀਦੇ ਹਨ। ਅਤੇ ਇਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਤੁਹਾਡਾ ਇਹਦੇ ਵਿੱਚ ਫਿਜ਼ੀਕਲ ਸਕਰੀਨਿੰਗ ਟੈਸਟ ਹੋਏਗਾ ਅਤੇ ਤੁਹਾਡੀ ਅਲੱਗ-ਅਲੱਗ ਸਟੇਜ ਹੋਏਗੀ। ਉਸ ਦੇ ਵਿੱਚ ਡਾਕੂਮੈਂਟੇਸ਼ਨ ਤੁਹਾਡੀ ਹੋਏਗੀ। ਡਾਕੂਮੈਂਟੇਸ਼ਨ ਦੇ ਵਿੱਚ ਤੁਹਾਡੇ ਕੋਲ 10ਵੀਂ ਦਾ ਇੱਕ ਏਜ ਪ੍ਰੂਫ ਸਰਟੀਫਿਕੇਟ ਹੋਏਗਾ। 10ਵੀਂ ਦੇ ਲਈ ਏਜ ਪ੍ਰੂਫ ਸਰਟੀਫਿਕੇਟ ਮੰਨਿਆ ਜਾਏਗਾ। +2 ਲੈਵਲ ਜੋ ਤੁਹਾਡਾ ਹੈ ਉਹ +2 ਸਰਟੀਫਿਕੇਟ ਹੋਣਾ ਚਾਹੀਦਾ ਹੈ। ਪੰਜਾਬੀ 10th ਲੈਵਲ ਵਿੱਚ ਪਾਸ ਕੀਤੀ ਹੋਣੀ ਜ਼ਰੂਰੀ ਚਾਹੀਦੀ ਹੈ। ਅਤੇ ਇਸ ਤੋਂ ਬਿਨਾਂ ਕਾਸਟ ਸਰਟੀਫਿਕੇਟ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ। ਅਗਰ ਕੋਈ ਗੌਰਮੈਂਟ ਇੰਪਲੋਏ ਤਾਂ ਉਸ ਵੱਲੋਂ NOC ਦਫ਼ਤਰ ਵੱਲੋਂ ਲੈਣੀ ਜ਼ਰੂਰੀ ਹੋਏਗੀ। ਅਤੇ ਇਸ ਤਰ੍ਹਾਂ ਮੇਲ ਕੈਂਡੀਡੇਟ ਅਤੇ ਫੀਮੇਲ ਕੈਂਡੀਡੇਟ ਦੇ ਲਈ ਜੋ ਰੇਸ ਹੈ ਉਹ ਅਲੱਗ-ਅਲੱਗ ਹੋਵੇਗੀ। ਰੇਸ ਹੋਏਗੀ, ਲੌਂਗ ਜੰਪ ਹੋਏਗਾ, ਹਾਈ ਜੰਪ ਹੋਏਗਾ। ਅਤੇ ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਮੈਰਿਟ ਲਿਸਟ ਦੀ। ਮੈਰਿਟ ਲਿਸਟ ਤਿਆਰ ਹੋਏਗੀ ਜੋ ਤੁਹਾਡਾ ਰਿਟਨ ਟੈਸਟ ਹੋਏਗਾ ਅਤੇ ਉਸ ਤੋਂ ਬਾਅਦ ਤੁਹਾਡਾ PMT ਟੈਸਟ ਹੋਏਗਾ ਅਤੇ ਲਾਸਟ ਤੁਹਾਡਾ ਮੈਡੀਕਲ ਹੋਵੇਗਾ। ਅਤੇ ਇਸ ਤੋਂ ਅੱਗੇ ਇਸ ਦੀ ਅਸੀਂ ਫੀਸ ਬਾਰੇ ਗੱਲ ਕਰਦੇ ਹਾਂ। ਇਸ ਵਿੱਚ ਜਨਰਲ ਕਾਸਟ ਦੀ ਜੋ ਫੀਸ ਹੈ ਉਹ ਟੋਟਲ 1000 ਰੁਪਏ ਹੋਵੇਗੀ। ਉਸ ਵਿੱਚ 400 ਰੁਪਏ ਐਪਲੀਕੇਸ਼ਨ ਫੀਸ ਅਤੇ 600 ਰੁਪਏ ਐਗਜ਼ਾਮੀਨੇਸ਼ਨ ਫੀਸ, ਕੁੱਲ ਮਿਲਾ ਕੇ 1000 ਰੁਪਇਆ ਜਨਰਲ ਕਾਸਟ ਨੂੰ ਪੇ ਕਰਨਾ ਪਏਗਾ। ਅਤੇ ਉਹ ਐਪਲੀਕੇਸ਼ਨ ਫੀਸ ਹੋਏਗੀ, ਫੋਰਮ ਫਿਲਿੰਗ ਦੀ ਹੋਏਗੀ। ਐਕਸ ਸਰਵਿਸਮੈਨ ਨੂੰ ਟੋਟਲ 400, SCBC ST ਜੋ ਕੈਂਡੀਡੇਟ ਨੇ ਉਸ ਦੀ 550 ਫੀਸ ਹੋਏਗੀ ਅਤੇ EWS ਦੀ ਵੀ 550 ਰੁਪਏ ਫੀਸ ਹੋਵੇਗੀ। ਅਤੇ ਇਹ ਫੀਸ ਸਟਰਕਚਰ ਹੋਏਗਾ। ਉਸ ਤੋਂ ਬਾਅਦ ਔਨਲਾਈਨ ਫੋਰਮ ਜੋ ਤੁਸੀਂ ਫਿਲ ਕਰਨਾ ਹੈ, ਔਨਲਾਈਨ ਫੋਰਮ ਦੇ ਲਈ ਤੁਹਾਡੇ ਜੋ ਡਾਕੂਮੈਂਟ ਹੈ ਉਸ ਵਿੱਚ ਤੁਹਾਡੀ ਇੱਕ ਸਭ ਤੋਂ ਪਹਿਲੇ ਇੱਕ ਵੈਲਿਡ ਈਮੇਲ ID ਹੋਵੇਗੀ, ਇੱਕ ਫ਼ੋਨ ਨੰਬਰ ਜੋ ਕਿ ਤੁਹਾਡਾ ਚੱਲਦਾ ਹੋਣਾ ਚਾਹੀਦਾ ਹੈ ਅਤੇ ਜਿਸ ਵਿੱਚ ਮੈਸੇਜ ਵਗੈਰਾ ਤੁਹਾਨੂੰ ਆਉਂਦੇ ਹੋਣ। ਇਸ ਤੋਂ ਬਿਨਾਂ ID ਪ੍ਰੂਫ ਹੈ। ID ਪ੍ਰੂਫ ਇਹਨਾਂ 4 ਦੇ ਵਿੱਚੋਂ ਤੁਹਾਡੇ ਕੋਲ ਇੱਕ ID ਪ੍ਰੂਫ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਕਿ ਪਾਸਪੋਰਟ ਹੋ ਗਿਆ, ਤੁਹਾਡਾ ਵੋਟਰ ਕਾਰਡ ਹੋ ਗਿਆ, ਡਰਾਈਵਿੰਗ ਲਾਇਸੈਂਸ ਹੋ ਗਿਆ, ਪੈਨ ਕਾਰਡ ਹੋ ਗਿਆ। ਇਹ ਤੁਹਾਡੇ ਪ੍ਰੂਫ ਜ਼ਰੂਰੀ ਹੈ। ਇਹਨਾਂ ਤੋਂ ਬਿਨਾਂ ਤੁਹਾਡੀ ਜੋ ਫੋਰਮ ਫਿਲਿੰਗ ਹੈ ਉਹ ਅਧੂਰੀ ਰਹੇਗੀ। ਇਹ ਮੈਂਡੇਟਰੀ ID ਪ੍ਰੂਫ ਨੂੰ ਦੁਬਾਰਾ ਨੋਟ ਕਰ ਲੈਣਾ। ਜੋ ID ਪ੍ਰੂਫ ਹੈ ਉਹ ਪਾਸਪੋਰਟ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ। ਐਪਲੀਕੇਸ਼ਨ ਨੂੰ ਫਿਲ ਕਰਨ ਦੇ ਲਈ ਲਗਭਗ 1 ਮਹੀਨਾ ਹੈ। ਇਸ ਲਈ ਜੋ ਕੈਂਡੀਡੇਟ ਜਿਨ੍ਹਾਂ ਦੇ ਕੋਲ ਵੋਟਰ ਕਾਰਡ ਨਹੀਂ ਹੈ ਜਾਂ ਪੈਨ ਕਾਰਡ ਨਹੀਂ ਹੈ, ਕਿਉਂਕਿ ਇਹ ਡਾਕੂਮੈਂਟ ਹੈ ਜਲਦੀ ਤਿਆਰ ਹੋ ਜਾਂਦੇ ਨੇ। ਵੋਟਰ ਕਾਰਡ ਅਤੇ ਪੈਨ ਕਾਰਡ, ਪਾਸਪੋਰਟ ਦੇ ਲਈ ਵੀ ਟਾਈਮ ਲੱਗਦਾ ਹੈ, ਡਰਾਈਵਿੰਗ ਲਾਇਸੈਂਸ ਦੇ ਲਈ ਵੀ ਟਾਈਮ ਲੱਗਦਾ ਹੈ। ਇਸ ਕਰਕੇ ਜੋ ਕੈਂਡੀਡੇਟ ਜਿਨ੍ਹਾਂ ਕੋਲ ID ਪ੍ਰੂਫ ਕੋਈ ਨਹੀਂ ਹੈ ਉਹ ਆਪਣਾ ਵੋਟਰ ਕਾਰਡ ਜਾਂ ਪੈਨ ਕਾਰਡ ਜਲਦ ਤੋਂ ਜਲਦ ਬਣਾ ਲੈਣ ਤਾਂ ਕਿ ਉਹ ਲਾਸਟ ਡੇਟ ਤੋਂ ਪਹਿਲੇ ਆਪਣਾ ਫੋਰਮ ਫਿਲ ਕਰਵਾ ਸਕਣ। ਇਸ ਤੋਂ ਅੱਗੇ ਗੱਲ ਕਰਦੇ ਹਾਂ ਮੈਟ੍ਰਿਕ ਸਰਟੀਫਿਕੇਟ ਨੂੰ ਏਜ ਪ੍ਰੂਫ ਦੇ ਤੌਰ 'ਤੇ ਵਰਤਿਆ ਜਾਏਗਾ। ਇਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਇਹ ਸਰਟੀਫਿਕੇਟ ਤੁਹਾਡੇ ਕੋਲ ਹੋਣੇ ਜ਼ਰੂਰੀ ਹੈ। ਇਸ ਤੋਂ ਬਿਨਾਂ ਇੱਕ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ ਜੋ ਕਿ 3 ਮਹੀਨੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ ਅਤੇ ਜੋ ਇਸ ਦਾ ਸਾਈਜ਼ ਹੋਏਗਾ ਉਹ 50 ਤੋਂ 200
KB ਹੋਵੇਗਾ ਅਤੇ ਜੇ ਉਸਦਾ ਫੋਰਮੈਟ JPG ਹੋਏਗਾ। ਸਿਗਨੇਚਰ ਹੈ ਤੁਹਾਡੇ ਉਹ ਵੀ ਸੇਮ ਸਾਈਜ਼ 50 ਤੋਂ 200 KB ਹੋਵੇਗਾ ਅਤੇ JPG ਫੋਰਮੈਟ ਹੋਵੇਗਾ। ਐਪਲੀਕੇਸ਼ਨ ਭਰਨ ਤੋਂ ਬਾਅਦ ਤੁਹਾਨੂੰ ਭਰਨ ਸਮੇਂ ਇੱਕ ਤੁਹਾਨੂੰ ID ਪਾਸਵਰਡ ਤੁਹਾਨੂੰ ਫ਼ੋਨ 'ਤੇ ਆਏਗਾ, ਉਸ ਨੂੰ ਤੁਸੀਂ ਸੰਭਾਲ ਕੇ ਰੱਖਣਾ ਹੈ ਅਤੇ ਇਸੇ ID ਪਾਸਵਰਡ ਦੇ ਨਾਲ ਤੁਹਾਡਾ ਲਾਸਟ ਰਿਜ਼ਲਟ ਹੈ ਉਹ ਤੁਹਾਨੂੰ ਮਿਲੇਗਾ। ਅਤੇ ਅਗਰ ਇਸ ਦੇ ਬਾਰੇ ਵਿੱਚ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਇਹ ਟੋਲ ਫ੍ਰੀ ਨੰਬਰ ਹੈ, ਇਹਨਾਂ 'ਤੇ ਤੁਸੀਂ ਫ਼ੋਨ ਕਰ ਸਕਦੇ ਹੋ। ਫ਼ੋਨ ਦਾ ਟਾਈਮ ਤੁਹਾਨੂੰ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ ਦੱਸ ਦਿੱਤਾ ਗਿਆ ਸੀ ਕਿ ਇਹ ਜੋ ਫ਼ੋਨ ਤੁਸੀਂ ਕਰਨੇ ਨੇ ਉਹ ਤੁਸੀਂ ਇੱਕ ਔਫੀਸ਼ੀਅਲ ਟਾਈਮ ਜੋ ਦਿੱਤਾ ਗਿਆ ਹੈ ਕਿ ਉਹ 9 ਤੋਂ 6 ਵਜੇ ਦੇ ਬਿਟਵੀਨ ਤੁਸੀਂ ਫ਼ੋਨ ਕਰਨਾ ਹੈ ਅਤੇ ਮੰਡੇ ਟੂ ਸੈਟਰਡੇ ਫ਼ੋਨ ਕਰਨਾ ਹੈ, ਵਰਕਿੰਗ ਟਾਈਮ 'ਚ ਫ਼ੋਨ ਕਰਨਾ ਹੈ ਅਤੇ ਸੰਡੇ ਕੋਈ ਵੀ ਫ਼ੋਨ ਨਹੀਂ ਕਰਨਾ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਸਤਿ ਸ਼੍ਰੀ ਅਕਾਲ ਦੋਸਤੋ।